हर औलाद जितनी है सुल्तान साहब की और हाफिज साईं को पैर ज़ियारत करते थे फिर मल शरीफ जाते थे। हाफिज फैज सुल्तान की ज़ात पाक तो यही है जो गद्दी नशीन अज तक ना देखा तो ना आए न हबीब सुल्तान तो बाद। हाफिज फैज सुल्तान की जुबान कौन सी जो फरमाते थे हो जाती थी। जब वन बच्चा एक कम हो गया हो जाता थी। इस गल हाफिज साईं फरमाया सी कि ਉਹ ਸਬਜ਼ਾਦਾ ਹੋਣਾ ਜਿਹੜਾ ਸੁਲਤਾਨ ਸਾਹਿਬ ਦੀ ਔਲਾਦ ਵਿੱਚ ਨਾ ਪਹਿਲਾਇਆ ਤੇ ਨਾ ਆਪਸੀ। ਵਾਹ ਤੇ ਨਜੀਬ ਸਹੀ ਸਾਰੀ ਮਰੀਦੀ ਫਕੀਰੀ ਖਸ ਲਿਆ ਸੀ। बिस्मिल्लाहिर्रहमानिर्रहीम। अस्सलाम वालेकुम नाज़रीन, इस वेले असी दरबार हज़रत सुल्तान बाहू ਜਿਹੜੇ ਉਹਨਾਂ ਦੇ ਸਜਾਦਾ ਨਸ਼ੀਨ ਨੇ ਸਾਹਿਬਜ਼ਾਦਾ ਹਜ਼ਰਤ ਸਖੀ ਮੁਹੰਮਦ ਨਜੀਬ ਸੁਲਤਾਨ 10ਵੇਂ ਸਜਾਦਾ ਨਸ਼ੀਨ ਨੇ ਉਹਨਾਂ ਦੇ ਡੇਰੇ ਤੇ ਅਸੀਂ ਇਸ ਟਾਈਮ ਮੌਜੂਦ ਹਾਂ ਕਸਰੇ ਆਸ ਹੱਕ ਬਾਹੂ ਤੇ। ਔਰ ਇੱਥੇ ਸਾਨੂੰ ਪੁਰਾਣੇ ਖਾਦਮ ਨੇ ਜਿਹੜੇ ਉਹਨਾਂ ਨਾਲ ਸਾਡੀ ਮੁਲਾਕਾਤ ਹੋਈ ਅੱਜ। ਅਸੀਂ ਇਹਨਾਂ ਕੋਲੋਂ ਕੁਝ ਜਿਹੜੀ ਇਨਫੋਰਮੇਸ਼ਨ ਹੈ ਤੁਹਾਡੇ ਤੱਕ ਪਹੁੰਚਾਵਾਂਗੇ ਕਿਉਂਕਿ ਪੁਰਾਣੇ ਲੋਕ ਹੁਣ ਨਹੀਂ ਰਹੇ ਔਰ ਨਹੀਂ ਮਿਲਦੇ ਪਏ। ਔਰ ਇਹ ਸਾਡੀ ਖੁਸ਼ਕਿਸਮਤੀ ਹੈ ਕਿ ਸਾਨੂੰ ਇਹ ਜਿਨ੍ਹਾਂ ਨੇ ਹਬੀਬ ਸੁਲਤਾਨ ਸਾਹਿਬ ਹਾਫਿਜ਼ ਫੈਜ਼ ਸੁਲਤਾਨ ਸਾਹਿਬ ਦੀ ਗੁਲਾਮੀ ਕੀਤੀ ਹੈ ਔਰ ਉਹਨਾਂ ਦੀ ਡਿਊਟੀ ਕੀਤੀ ਹੈ, ਨੌਕਰੀ ਕੀਤੀ ਹੈ ਔਰ ਅੱਗੇ ਹਜੇ ਤੱਕ ਉਹ ਸਟਿਲ ਜਿਹੜਾ ਵੇ ਉਹ ਸਾਹਿਬਜ਼ਾਦਾ ਨਜੀਬ ਸੁਲਤਾਨ ਸਾਹਿਬ ਦੇ ਇਸ ਟਾਈਮ ਖਾਦਮ ਨੇ ਔਰ ਤੀਸਰੀ ਚੌਥੀ ਨਸਲ ਤੋਂ ਇਹ ਖਿਦਮਤ ਕਰਦੇ ਆ ਰਹੇ ਨੇ। ਤੇ ਮੈਂ ਇਹਨਾਂ ਨੂੰ ਮੁਬਾਰਕਬਾਦ ਪਹਿਲੇ ਦਿਆਂਗਾ ਕਿ ਇਹ ਅੱਲਾ ਇਹਨਾਂ ਨੂੰ ਸਿਹਤ ਤੰਦਰੁਸਤੀ ਜ਼ਿੰਦਗੀ ਦੇ ਔਰ ਇਹ ਹੋਰ ਜ਼ਿਆਦਾ ਜਿੰਨੀ ਇਹ ਖਿਦਮਤ ਕਰ ਸਕਣ ਇਹ ਕਰਨ ਤੇ ਅੱਲਾ ਸਾਨੂੰ ਵੀ ਤੌਫੀਕ ਦੇ ਕਿ ਅਸੀਂ ਇਸ ਦਰਗਾਹ ਦੀ ਖਿਦਮਤ 'ਚ ਲੱਗੇ ਰਹੀਏ। ਸਾਡੇ ਨਾਲ ਲਾਲਾ ਮੀਰ ਸਾਹਿਬ ਨੇ ਔਰ ਇਹਨਾਂ ਨੂੰ ਇੱਥੇ ਤਕਰੀਬਨ 49-50 ਸਾਲ ਹੋ ਗਏ ਨੇ ਔਰ ਦੂਸਰੇ ਹਾਫਿਜ਼ ਗੁਲਾਮ ਸ਼ਬੀਰ ਸਾਹਿਬ ਨੇ। ਤੁਹਾਨੂੰ ਕਿੰਨਾ ਅਰਸਾ ਹੋ ਗਿਆ ਇੱਥੇ? ਸਾਰਾ ਪਿਓ ਦਾਦਾ ਹੀ ਸਨ। ਇਹ ਵੀ ਇੱਥੇ ਇਹਨਾਂ ਦੀ ਜੰਮ ਪਲ ਹੀ ਇੱਥੇ ਵੇ ਜੀ। ਹਾਫਿਜ਼ ਜੀ ਤੁਸੀਂ ਦੱਸੋ ਕਿ ਇਹ ਤੁਸੀਂ ਕਿਹਨਾਂ ਦੇ ਕਿਹੜੇ ਸਾਹਿਬਜ਼ਾਦਿਆਂ ਦੇ ਮੁਰੀਦ ਹੋ? ਤੁਸੀਂ ਕਿਹਨਾਂ ਦੇ? ਸਾਈਂ ਹਾਫਿਜ਼ ਸਾਹਿਬ, ਸਾਈਂ ਹਾਫਿਜ਼ ਫੈਜ਼ ਸੁਲਤਾਨ ਸਾਹਿਬ ਦੇ। ਤੇ ਤੁਸੀਂ ਹਬੀਬ ਸੁਲਤਾਨ ਸਾਹਿਬ ਦੀ ਵੀ ਜ਼ਿਆਰਤ ਕੀਤੀ ਹੈ? ਜੀ ਉਹਦੀ ਕੀਤੀ। ਅੱਛਾ ਤੇ ਉਹ ਕਦੀ ਉਹਨਾਂ ਨਾਲ ਬੈਠਕ ਹੋਈ ਤੁਹਾਡੀ ਮਤਲਬ ਹੈ ਕਿ ਮੈਂ ਛੋਟਾ ਉਦੋਂ ਛੋਟੇ ਸੋ ਤੇ ਤੁਸੀਂ ਪੜ੍ਹਦੇ ਸੋ ਉਸ ਵੇਲੇ ਤੇ ਤੁਸੀਂ ਹਾਫਿਜ਼ ਵੀ ਹੋ? ਹਾਫਿਜ਼ ਉਸਤਾਦ ਰਮਜ਼ਾਨ ਦਾ ਮਸ਼ਰ ਜਿੱਦਾਂ ਮਾਸ਼ਾਅੱਲਾ। ਤੇ ਹਾਫਿਜ਼ ਫੈਜ਼ ਸੁਲਤਾਨ ਸਾਹਿਬ ਦੀ ਸਾਨੂੰ ਕੋਈ ਗੱਲ ਸੁਣਾਓ ਜਿਹੜੇ ਗੱਦੀ ਨਸ਼ੀਨ ਹਾਫਿਜ਼ ਸਾਹਿਬ ਸਨ? ਜੀ ਹਾਫਿਜ਼ ਸਾਹਿਬ। ਅੱਛਾ ਜੀ। ਲਾਲਾ ਮੀਰ ਨੇ ਇਹਨਾਂ ਕੋਲੋਂ ਅਸੀਂ ਹਾਫਿਜ਼ ਸਾਹਿਬ ਦਾ ਇਹਨਾਂ ਨੇ ਮਹਿਫਲ ਕੀਤੀ, ਉਹਨਾਂ ਨਾਲ ਹਾਫਿਜ਼ ਸਾਹਿਬ ਦੀ ਇਹਨਾਂ ਨੇ ਗੁਲਾਮੀ ਕੀਤੀ ਹੈ ਤੇ ਇਹਨਾਂ ਵਾਹ ਵਾਹ ਵਾਹ। ਤੇ ਕੋਈ ਹਾਫਿਜ਼ ਸਾਹਿਬ ਦੀ ਸਾਨੂੰ ਗੱਲ ਦੱਸੋ ਜਨਾਬ ਕੋਈ ਸਾਡੇ ਨਾਜ਼ਰੀਨ ਨੂੰ। ਹਾਫਿਜ਼ ਫੈਜ਼ ਸੁਲਤਾਨ ਦੀ ਜ਼ਾਤ ਪਾਕ 6ਵੇਂ ਫਕਰ ਸੁਲਤਾਨ ਸਨ। ਜੋ ਜ਼ੁਬਾਨ ਚੋਂ ਫਰਮਾਉਂਦੇ ਸਨ ਉਹ ਹੋ ਕੇ ਰਹਿੰਦਾ ਸੀ। ਜੋ ਵੀ ਹੈ ਪੱਥਰ ਤੇ ਲਕੀਰ ਹੁੰਦੀ ਸੀ। ਹਾਫਿਜ਼ ਫੈਜ਼ ਸੁਲਤਾਨ ਦੀ ਜ਼ਾਤ ਪਾਕ ਤੋਂ ਇਹ ਹੈ ਜੋ ਗੱਦੀ ਨਸ਼ੀਨ ਅਜ ਤੱਕ ਨਾ ਦੇਖਿਆ ਤੇ ਨਾ ਆਏ ਨ ਹਬੀਬ ਸੁਲਤਾਨ ਤੋਂ ਬਾਅਦ। ਹਾਫਿਜ਼ ਫੈਜ਼ ਸੁਲਤਾਨ ਦੀ ਜ਼ੁਬਾਨ ਕੌਣ ਸੀ ਜੋ ਫਰਮਾਉਂਦੇ ਸਨ ਹੋ ਜਾਂਦੀ ਸੀ। ਜਦ ਵਨ ਬੱਚਾ ਇਹ ਕੰਮ ਹੋ ਗਿਆ ਹੋ ਜਾਂਦਾ ਸੀ। ਅੱਛਾ ਮੈਂ ਕੁਝ ਫਕੀਰਾਂ ਕੋਲ ਸੁਣਿਆ ਕਿ ਹਾਫਿਜ਼ ਸਾਹਿਬ ਦੇ ਜਦੋਂ ਕੋਈ ਲੋਕ ਆਉਂਦੇ ਸੀ ਮਿਲਣ ਵਾਸਤੇ, ਦੁਆ ਵਾਸਤੇ ਜਾਂ ਜ਼ਿਆਰਤ ਵਾਸਤੇ ਤੇ ਉਹ ਇੱਕ ਹੀ ਗੱਲ ਫਰਮਾਉਂਦੇ ਸਨ ਕਿ ਵੰਜ ਬਚੜਾ ਫਕੀਰ ਹੋ ਵੰਜ ਸਨ। ਹਾਂ ਯਹੀ ਫਰਮਾਉਂਦੇ ਸਨ ਵੰਜ ਬੱਚਾ ਹੋ ਗਿਆ ਤੇਰਾ ਕੰਮ ਹੋ ਗਿਆ ਵੰਜੋ। ਵਾਹ ਵਾਹ। ਤੇ ਉਹਨਾਂ ਦੀ ਜ਼ਿਆਦਾ ਕਿਹੜੀ ਗੱਲ ਤੇ ਕਹਿੰਦੇ ਸੀ ਇਸ ਗੱਲ ਤੇ ਅਮਲ ਕਰ ਲਵੋ। ਮੁਰੀਦਾਂ ਨੂੰ ਕਿਹੜਾ ਅਸੀਂ ਕੋਈ ਗੱਲ ਦੱਸੋ ਕਿ ਜਿਹੜੀ ਮੁਰੀਦੀ ਨੂੰ ਫਾਇਦਾ ਹੋਵੇ ਕਿ ਉਸ ਗੱਲ ਤੇ ਉਹ ਅਮਲ ਕਰਨ ਤੇ ਉਹ ਆਸਾਨੀ ਨਾਲ ਇਸ ਰਾਹ ਤੇ ਚੱਲ ਪੈਣ। ਸੂਰਾ ਮੁਜ਼ੱਮਿਲ ਪੜ੍ਹੀ ਕਰੋ। ਕੀ ਫਰਮਾਉਂਦੇ ਸਨ? ਸੂਰਾ ਮੁਜ਼ੱਮਿਲ ਪੜ੍ਹੀ ਕਰੋ। ਹਾਫਿਜ਼ ਸਾਹਿਬ ਫਰਮਾਉਂਦੇ ਸਨ? ਅੱਛਾ ਅੱਛਾ ਜੀ। ਸਰਕਾਰ ਫਰਮਾਉਂਦੇ ਨਮਾਜ਼ ਪੜ੍ਹੋ, ਜੋ ਮੁਰਸ਼ਦ ਫਰਮਾਉਂਦਾ ਉਸ ਮੁਰਸ਼ਦ ਦੇ ਅਮਲ ਕਰੋ, ਕਿਸੇ ਨੂੰ ਨੁਕਸਾਨ ਨਾ ਦੇਵੋ। ਆਪਸ ਪੀਰ ਭਾਈ ਜਿਤਨੇ ਨੇ ਆਪਸ ਵਿੱਚ ਪਿਆਰ ਕਰੋ, ਮੁਹੱਬਤ ਨਾਲ ਰਹੋ ਔਰ ਅੱਲਾ ਤੁਹਾਡੇ ਸਾਰੇ ਕੰਮ ਕਰਸੀ। ਤੁਸੀਂ ਆਪਸ ਵਿੱਚ ਇਤਫਾਕ ਨਾਲ ਰਹੋ, ਮੁਹੱਬਤ ਨਾਲ ਰਹੋ। ਜੋ ਵੀ ਮੁਰਸ਼ਦ ਜੋ ਫਰਮਾਉਂਦਾ ਹੈ ਮੁਰਸ਼ਦ ਨੇ ਅਮਲ ਕਰੋ। ਡਿਊਟੀ ਜੋ ਮੁਰਸ਼ਦ ਲਾਉਂਦਾ ਉਸ ਨਾਲ ਪਿਆਰ ਨਾਲ ਡਿਊਟੀ ਕਰੋ, ਮੁਹੱਬਤ ਨਾਲ ਕਰੋ ਤਾਂ ਅੱਲਾ ਤੁਹਾਡੇ ਹਰ ਮੈਦਾਨ 'ਚ ਫਤਿਹ ਦੇ ਸੀ। ਹਾਫਿਜ਼ ਸਾਹਿਬ ਇਹ
ਜ਼ਿਆਦਾ ਇੱਥੇ ਡੇਰੇ ਤੇ ਹੀ ਰਹੇ ਨੇ ਜਾਂ ਅੱਗੇ ਪਿੱਛੇ ਮੁਸਾਫਰੀ ਤੇ ਵੀ ਰਹੇ ਨੇ? ਡੇਰੇ 'ਤੇ ਰਹੇ ਨੇ। ਜ਼ਿਆਦਾ ਡੇਰੇ ਤੇ ਰਹੇ ਨੇ। ਹਾਂ, ਸਾਰੀ ਜ਼ਿੰਦਗੀ ਉਹਨਾਂ ਡੇਰੇ 'ਚ ਗੁਜ਼ਾਰੀ, ਅੱਛਾ। ਆਪਣੇ ਕਮਰੇ 'ਚ ਹੀ ਰਹੇ ਨੇ। ਵਾਹ। ਮੱਛ 24 ਘੰਟੇ ਲਗਾ ਰਹਿੰਦਾ ਸੀ, ਗਰਮੀ ਹੋ ਸਰਦੀ ਹੋ, ਹੂੰ। ਗਰਮੀ ਹੋ ਸਰਦੀ ਹੋ, ਮੱਛ ਲਗਾ ਰਹਿੰਦਾ ਸੀ। ਵਾਹ। ਮੈਂ ਫਲਟਗੀ ਰਹਿੰਦੀ ਸੀ। ਹਰ ਔਲਾਦ ਜਿਤਨੀ ਹੈ ਸੁਲਤਾਨ ਸਾਹਿਬ ਦੀ ਔਰ ਆਫਤ ਸਾਈਂ ਕੋਲ ਪੈਰ ਜ਼ਿਆਰਤ ਕਰਦੇ ਸਨ, ਫਿਰ ਮਲ ਸ਼ਰੀਫ ਵਿੱਚ ਜਾਂਦੇ ਸਨ। ਵਾਹ, ਮਤਲਬ ਕਿ ਜਿਹੜੀ ਬਾਦਸ਼ਾਹ ਸਾਹਿਬ ਦੀ ਔਲਾਦ ਹੈ ਪਹਿਲੇ ਉਹ ਹਾਫਿਜ਼ ਸਾਹਿਬ ਆਫਤ ਦਾ ਦੀ ਜ਼ਿਆਰਤ ਕਰਦੇ ਸਨ, ਜ਼ਿਆਰਤ ਫਿਰ ਕਰਦੇ, ਦਰਬਾਰ ਤੇ ਜਾ ਫਿਰ ਸਨ। ਦਰਬਾਰ ਜਾਂਦੇ ਸਨ। ਵਾਹ ਵਾਹ। ਮੈਂ ਸੁਣਿਆ ਕਿ ਹਾਫਿਜ਼ ਸਾਹਿਬ ਜਨਾਬੇ ਇਮਾਮ ਹੁਸੈਨ ਅਲੀ ਮਕਾਮ ਸਲਾਮ ਦੇ ਗਮ ਦੇ ਵਿੱਚ ਆਪ ਰੋਂਦੇ ਰਹਿੰਦੇ ਸਨ, ਔਰ ਆਪ ਦੇ ਰੋ ਰੋ ਕੇ ਆਂਸੂਆਂ ਦੇ ਮਤਲਬ ਨਿਸ਼ਾਨ ਪੈ ਗਏ ਸਨ ਚਿਹਰੇ ਤੇ, ਔਰ ਮੱਚ ਇੰਨਾ ਕਿ ਬਾਲਦੇ ਸਨ, ਉਹਦੇ ਅੱਗੇ ਬੈਠਦੇ ਸਨ ਕਿ ਆਪ ਦਾ ਰੰਗ ਸੜ ਸੜ ਕੇ ਕਾਲਾ ਸਿਆਹ ਹੋ ਗਿਆ ਸੀ। ਮੈਂ ਇਹ ਕੁਝ ਪੁਰਾਣੇ ਫਕੀਰਾਂ ਕੋਲ ਹੋਰ ਇਹ ਗੱਲ ਸੁਣੀ। ਬੇਸ਼ੱਕ ਇਹੀ ਸੀ, ਐਵੇਂ ਗੱਲ ਹੈ ਜਨਾਬ? ਇੰਜ ਹੀ ਸੀ। ਅੱਛਾ ਅੱਛਾ। ਕਿਉਂਕਿ ਮੈਂ ਉਹ ਗੱਲ ਅੱਗੇ ਮੈਂ ਨਹੀਂ ਦੱਸੀ, ਕਿਉਂਕਿ ਮੈਨੂੰ ਹੁਣ ਤਸਦੀਕ ਹੋ ਗਈ ਇਸ ਗੱਲ ਦੀ, ਕਿਉਂਕਿ ਤੁਸੀਂ ਇਹ ਮਾਮਲਾਤ ਵੇਖੇ ਨੇ। ਮੈਂ ਇੱਕ ਹੋਰ ਗੱਲ ਸੁਣੀ ਕਿ ਅਕਸਰ ਜਿਹੜਾ ਜਨਾਬ ਦੇ ਮੱਚ ਅੱਜ ਵੀ ਬਲਦਾ ਉਹਨਾਂ ਦੇ ਕਮਰੇ ਦੇ ਵਿੱਚ, ਤੇ ਉਹ ਅਗਰ ਕਾਰਪੇਟ ਥੱਲੇ ਵਿਛਿਆ ਤੇ ਕਾਰਪੇਟ ਤੇ ਗਿਰ ਜੇ ਤੇ ਉਹ ਅੱਗ ਨਹੀਂ ਲੱਗਦੀ ਕਾਰਪੇਟ ਨੂੰ। ਹਾਂ, ਸਾਈਆਂ ਦੇ ਦੌਰ 'ਚ ਨਹੀਂ ਲੱਗਦੀ ਸੀ। ਆਫਤ ਸਾਈਂ ਦੇ ਦੌਰ 'ਚ। ਆਪਸ ਅੱਛਾ ਅੱਛਾ, ਨਹੀਂ ਸੀ ਲੱਗਦੀ। ਨਹੀਂ। ਅੱਛਾ ਅੱਛਾ। ਜਿਹੜੇ ਸਾਹਿਬਜ਼ਾਦਾ ਸਾਹਿਬ ਨੇ ਇਹ ਦੁਨੀਆ ਤੇ ਕਿਵੇਂ ਤਸ਼ਰੀਫ ਲਿਆਏ? ਇਹਨਾਂ ਦੇ ਕੋਈ ਹੈ ਕੋਈ ਵਾਕਿਆ ਇਹਦੇ ਪਿੱਛੇ ਵੀ ਕੋਈ ਗੱਲ ਹੈ? ਮੈਂ ਸੁਣੀ ਹੈ ਗੱਲ। ਆਫਤ ਸਾਈਂ ਫਰਮਾਇਆ ਸੀ ਹੂੰ। ਕਿ ਉਹ ਸਬਜ਼ਾਦਾ ਹੋਣਾ ਜਿਹੜਾ ਸੁਲਤਾਨ ਸਾਹਿਬ ਦੀ ਔਲਾਦ ਵਿੱਚ ਨਾ ਪਹਿਲਾਇਆ ਤੇ ਨਾ ਆਪ ਸੀ। ਵਾਹ। ਤੇ ਨਜੀਬ ਸਹੀ ਸਾਰੀ ਮਰੀਦੀ ਫਕੀਰੀ ਖਸ ਲਿਆ। ਜਿਹੜਾ ਮਕਾਮ ਮੌਲਾ ਨਜੀਬ ਸਹੀ ਨੂੰ ਅੱਲਾ ਨੇ ਜ਼ਾਤ ਸੁਲਤਾਨ ਸਾਹਿਬ ਦਿੱਤਾ ਹੈ, ਉਹ ਕਿਸੇ ਕੋਲ ਨਹੀਂ ਹੈ। ਸੁਲਤਾਨ ਸਾਹਿਬ ਤੋਂ ਬੜਾ ਸਬਜ਼ਾਦਾ ਨਾ ਔਲਾਦ ਵੀ ਮੰਨਦੀ ਹੈ ਕਿ ਇਹ ਸਾਡੇ ਸਰਦਾਰ ਨੂੰ, ਸੁਲਤਾਨ ਸਾਹਿਬ ਦੀ ਔਲਾਦ ਵੀ ਮੰਨਦੀ ਹੈ ਸਰਦਾਰ ਨੂੰ, ਔਰ ਇਹ ਬੜੇ ਨਾ ਜਿਹੜਾ ਮਕਾਮ ਤੇ ਹੈ ਮੌਲਾ ਨਜੀਬ ਸਹੀ ਨਾ, ਸੁਲਤਾਨ ਸਾਹਿਬ ਦੀ ਔਲਾਦ ਇਸ ਤੋਂ ਪਹਿਲਾਂ ਨਾ ਕੋਈ ਹੈ ਤੇ ਨਾ ਆਪ ਸੀ। ਵਾਹ ਵਾਹ। ਇਹ ਉਹਨਾਂ ਫਕੀਰਾਂ ਕਿਹਾ ਜਿਹੜੇ ਹਜ਼ਰਤ ਮੁਹੰਮਦ ਅਮੀਰ ਸੁਲਤਾਨ ਨੇ ਫਕੀਰਾਂ, ਉਹਨਾਂ ਨੇ ਜ਼ੁਬਾਨ ਚ ਫਰਮਾਨ ਖਲੀਫਿਆਂ ਨੂੰ, ਉਹਨਾਂ ਨੂੰ ਮੈਂ ਸੁਣੀ। ਬੜੀ ਗੱਲ ਹੈ, ਬੜੀ ਗੱਲ। ਤੁਹਾਨੂੰ ਇੱਥੇ ਕਿੰਨੀ ਦੇਰ ਹੋ ਗਈ ਇੱਥੇ ਡਿਊਟੀ ਕਰਦਿਆਂ? ਤੇ ਮੈਨੂੰ ਨਜੀਬ ਸਾਈਂ ਡੇਰੇ ਤੇ 35 ਸਾਲ ਹੋ ਗਏ ਨੇ, ਤੇ ਇਸ ਤੋਂ ਪਹਿਲਾਂ ਮੈਂ ਜੁੱਤੀਆਂ ਤੇ ਹਾਫਿਜ਼ ਸਾਈਂ ਤੇ ਜਾਨੀ ਸਾਈਂ ਦੀ ਮੈਂ ਡਿਊਟੀ ਕੀਤੀ ਹੈ। ਵਾਹ ਜੀ ਵਾਹ ਵਾਹ। ਹਾਫਿਜ਼ ਸਾਈਂ ਨੇ ਹੁਕਮ ਨਾਲ ਜੁੱਤੀਆਂ ਤੇ ਮੈਂ ਡਿਊਟੀ ਕੀਤੀ ਹੈ। ਅੱਛਾ, ਜਿਹੜੇ ਫਕੀਰ ਇੱਥੇ ਜੁੱਤੀਆਂ ਤੇ ਡਿਊਟੀ ਕਰ ਰਹੇ ਨੇ, ਇਹ ਮੁਆਵਜ਼ਾ ਵੀ ਲੈਂਦੇ ਨੇ ਜਾਂ? ਹੁਣ ਜਿਹੜੇ ਨੇ ਕਮੇਟੀ ਨੇ ਮੁਆਵਜ਼ਾ ਲੈਂਦੇ, ਇਸ ਤੋਂ ਪਹਿਲਾਂ ਕੋਈ ਮੁਆਵਜ਼ਾ ਨਹੀਂ ਸੀ। ਸਾਈਂ ਖੁਦ ਹਾਫਿਜ਼ ਸਾਈਂ ਪੈਸੇ ਦਿੰਦੇ ਸਨ, ਖਰਚਾ ਹਾਫਿਜ਼ ਸਾਈਂ ਦਿੰਦੇ ਸਨ। ਉਸ ਵੇਲੇ ਕਿਸੇ ਕੋਲ ਪੈਸੇ ਨਹੀਂ ਲੈਂਦੇ, ਕੋਈ ਮੁਆਵਜ਼ਾ ਨਹੀਂ ਸੀ। ਨਾ ਹੁਣ ਮੁਆਵਜ਼ਾ। ਜਿਹੜੇ ਜ਼ਾਇਰੀਨ ਆਉਂਦੇ ਨੇ ਉਹ ਪੈਸੇ ਦਿੰਦੇ ਨੇ? ਉਸ ਵੇਲੇ ਉਹ ਪੈਸੇ ਦਿੰਦੇ ਸੀ, ਅਸੀਂ ਲੈਂਦੇ ਹੀ ਨਹੀਂ ਸਾਂ। ਕੋਈ ਲੱਖ ਵੀ ਦਿਆ ਤੇ ਕੋਈ ਨਹੀਂ ਲੈਂਦਾ ਸੀ। ਅੱਛਾ, ਇਹ ਸਾਡੇ ਨਾਲ ਅਬਾਸ ਸਾਹਿਬ ਨੇ ਜੀ, ਇਹ ਵੀ ਇੱਥੇ ਕਸਰੇ ਆਸ ਤੇ ਡਿਊਟੀ ਕਰਦੇ ਨੇ। ਇਹਨਾਂ ਨੂੰ ਪੁੱਛਣਾ ਜੀ ਇਹਨਾਂ ਦੀ ਕੀ ਡਿਊਟੀ ਹੈ ਇੱਥੇ, ਤੇ ਉਹ ਕਿੰਨੇ ਅਰਸੇ ਤੋਂ ਮੁਨਸਲਿਕ ਨੇ ਸਾਹਿਬਜ਼ਾਦਾ ਸਾਹਿਬ ਨਾਲ। ਤੁਹਾਡੀ ਇੱਥੇ ਕੀ ਡਿਊਟੀ ਕੀ ਹੈ ਇੱਥੇ ਇਸ ਟਾਈਮ ਡੇਰੇ ਤੇ? ਇਸ ਟਾਈਮ ਡੇਰੇ ਦੇ ਉੱਤੇ ਮੈਂ ਵਿਕਾਸ ਭਾਈ ਡੇਰੇ ਦੇ ਇੰਚਾਰਜ ਆ, ਤੇ ਉਹਨਾਂ ਦਾ ਨਾਲ ਆ ਮੈਂ, ਯਾਨੀ ਕਿ ਉਹ ਨਹੀਂ ਹੁੰਦੇ, ਫਿਰ ਉਹਨਾਂ ਦੇ ਬਾਅਦ ਡੇਰੇ ਦੇ ਮਾਮਲਾਤ ਦੇਖਣੇ ਜਾਂ ਉਹਨਾਂ ਨੇ ਜੋ ਆਰਡਰ ਕਰਨਾ। ਚੰਗੀ ਮਿਹਰਬਾਨੀ ਕੀਤੀ ਤੇ ਦਰਬਾਰ ਸ਼ਰੀਫ ਹਜ਼ਰਤ ਸੁਲਤਾਨ ਬਾਊ ਆਮਰ ਭਾਈ ਦੇ ਨਾਲ 3 ਸਾਲ ਡਿਊਟੀ ਕੀਤੀ ਆ। ਉਸ ਤੋਂ ਬਾਅਦ ਇਸ ਵੇਲੇ ਸਾਈਂ ਜੀ ਦੇ ਡੇਰੇ ਦੇ ਉੱਤੇ ਡਿਊਟੀ ਕਰ ਰਹੇ ਆ, ਯਾਨੀ ਕਿ ਕੋਈ ਮੈਨੇਜਮੈਂਟ ਦੇਖ ਲਈ, ਕੋਈ ਮਰੀਦੈਨ ਆਉਂਦੇ ਉਹਨਾਂ ਦੇ ਨਾਲ ਉਹਨਾਂ ਦਾ ਖਿਆਲ ਕਰਨਾ, ਉਹਨਾਂ ਦੇ ਖਾਣੇ ਪੀਣੇ ਦਾ, ਉਹਨਾਂ ਨੂੰ ਸਹੂਲਤਾਂ ਦੇਣੀਆਂ, ਯਾਨੀ ਕਿ ਇਸ ਤਰ੍ਹਾਂ ਦੇ ਮਾਮਲਾਤ ਆ ਜਿਹੜੇ ਯਾਨੀ ਕਿ ਖਿਦਮਤ ਖਲਕ ਦੇ ਉਹ ਸਾਈਂ ਜੀ ਦੀ ਮਿਹਰਬਾਨੀ ਦੇ ਨਾਲ ਅੰਜਾਮ ਦੇ ਰਹੇ ਆ। ਜੀ ਲਾਲਾ ਜੀ, ਤੁਸੀਂ ਕੋਈ ਗੱਲ ਸੁਣਾਉਣ ਲੱਗੇ ਸੀ ਹਾਫਿਜ਼ ਫੈਜ਼ ਸੁਲਤਾਨ ਸਾਹਿਬ ਦੀ ਮਾਰਸ਼ਲ ਆਰਟ? ਹਾਫਿਜ਼ ਸਾਈਂ ਮਾਰਸ਼ਲ ਆਰਟ ਮਸਟੇਟਰਸ ਨੇ ਗਵਰਨਰ ਸਵਾਰ ਖਾਨ ਸੀ। ਗਵਰਨਰ ਸਵਾਰ ਖਾਨ ਹਜ਼ਰਤ ਮੁਹੰਮਦ ਅਬੀਬ ਸੁਲਤਾਨ ਦਾ ਮਰੀਜ਼ ਸੀ। ਅੱਛਾ। ਅਸਾਂ ਕਿ ਉਸਨੇ ਭਰਾ ਭਾਂਜਿਆਂ ਸਾਨੂੰ ਬਹੁਤ ਤੰਗ ਕੀਤਾ। ਅਸੀਂ ਹਾਫਿਜ਼ ਸਾਈਂ ਕੋਲ ਆ ਰਹੇ ਹਾਂ ਕਿ ਹਾਫਿਜ਼ ਸਾਈਂ ਅਸਾਂ ਕਿ ਗਵਰਨਰ ਨਹੀਂ ਖੜਨ ਦਿੰਦਾ। ਸਾਈਆਂ ਫਰਮਾਇਆ ਵੰਜ ਬੱਚਾ ਆਪਣੀ ਪੈ ਵੈਸੀ, ਸੂਰਜ ਗਰੂਬ ਨਹੀਂ ਹੋਇਆ ਸੀ ਤੇ ਗਵਰਨਰ ਸਵਾਰ ਖਾਨ ਲੈ ਗਿਆ ਸੀ। ਦਰਬਾਰ 'ਤੇ ਆਇਆ ਤਾਂ ਗਵਰਨਰ ਸਵਾਰ ਖਾਨ ਉਸ ਜੁੱਤੀਆਂ ਲਾਲ ਜੱਸੀ ਨੂੰ ਉਸਨੇ ਉਤਾਰ ਲਗਾ। ਉਸ ਆਖਿਆ ਮੈਂ ਬੜਾ ਗੁਨਗਾਰ ਹਾਂ, ਮੈਨੂੰ ਜੁੱਤੀਆਂ ਨਾਲ ਲਾ। ਅੰਦਰ ਗਿਆ, ਸਲਾਮੀ ਕਰਕੇ ਵਾਪਸ ਆਇਆ। ਆਜੀ ਸਾਹਿਬ ਨੇ ਡੇਰੇ ਤੋਂ ਉਸਨੇ ਸਾਰਾ ਨਿਜ਼ਾਮ ਸੀ, ਉਹ ਕੁਰਸੀ 'ਤੇ ਨਹੀਂ ਬੈਠਾ। ਉਸ ਆਖਿਆ ਮੇਰਾ ਮੁਰਸ਼ਦ ਖਾਨਾ। ਤਾਂ ਹਾਫਿਜ਼ ਸਾਈਂ ਉਸकी ਲੈ ਗਏ, ਸਿਰੂ ਲੈ ਗਏ। ਹਾਫਿਜ਼ ਸਾਈਂ ਫਰਮਾਇਆ ਵੰਜ ਬੱਚਾ ਆਪਣੀ ਪੈ ਵੈ ਸੀ ਤੇ ਸੂਰਜ ਗਰੂਬ ਹੋਇਆ ਸੀ। ਗਵਰਨਰ ਸਵਾਰ ਖਾਨ ਮਾਰਸ਼ਲ ਆਰਟ ਮਚੇਟੀ 'ਚੋਂ ਲੈ ਕੇ ਗਵਰਨੈਲੀ ਤੋਂ ਲੈ ਗਿਆ।
उस अपने भरां की बेइज्जत कीता तुस फकीर को मैनू मरवा छोड़िया और मैं अच्छे मकाम ते असां तुस क्यों उन्हां लोकां की तंग कीता आफत साईं दियां ते क्या शाना ते क्या बातां सुभान अल्लाह ਮਾਸ਼ਾਅੱਲਾ ਜੀ ਗੱਲ ਇਹ ਵੇ ਕਿ ਸਰਕਾਰ ਦੀ ਹਦੀਸ ਹੈ ਆਪ ਸਲਾਮ ਦੀ ਜ਼ਾਤ ਫਰਮਾਉਂਦੇ ਨੇ ਕਿ ਫਕਰ ਜਿਹੜਾ ਮੇਰੇ ਚ ਔਰ ਮੈਨੂੰ ਫਕਰ ਤੇ ਫਖਰ ਹੈ जी ਔਰ ਜਿਨੇ ਮੇਰੇ ਫਕਰ ਨੂੰ ਛੇੜਿਆ ਮੇਰਾ ਫਿਰ ਉਹਦੇ ਨਾਲ ਐਲਾਨੇ ਜੰਗ ਹੈ जी ਅਸਲ ਤੇ ਗੱਲ ਇਹ ਵੇ ਕਿ ਸਰਕਾਰ ਦੀ ਜਿਹੜੀ ਖੇਡ ਹੈ ਨਾ ਬਹੁਤ ਵੱਡੀ ਹੈ ਇਹ ਪਿੱਛੇ ਨਿਜ਼ਾਮ ਤੇ ਫਕਰੇ ਮੁਹੰਮਦੀ ਸੱਲੱਲਾਹੁ ਅਲੈਹਿ ਵਸੱਲਮ ਚੱਲਦਾ ਨਾ ਪਿਆ ਜਿਹੜਾ ਜਿੱਤੋਂ ਫਕਰ ਆਪ ਨੂੰ ਨੈਤ ਹੋਇਆ ਜਨਾਬੇ ਬਾਦਸ਼ਾਹ ਸੁਲਤਾਨ ਨੂੰ ਵੀ जी ਤੇ ਫਿਰ ਉਹ ਤੇ ਸਿਸਟਮ ਅੱਗੇ ਚੱਲਣਾ ਹੀ ਹੈ ਜਿੰਨੇ ਫਕੀਰ ਨੂੰ ਛੇੜਨਾ ਤੇ ਉਹਦੇ ਨਾਲ ਤੇ ਫਿਰ ਕੰਮ ਹੋਣਾ ਤੇ ਬਸ ਇਹ ਕਿ ਇਹਨਾਂ ਦਾ ਅਦਬ ਬਹੁਤ ਜ਼ਰੂਰੀ ਹੈ ਫੁਕਰਾ ਦਾ ਔਰ ਇਹਨਾਂ ਦੀ ਖਿਦਮਤ ਔਰ ਇਹਨਾਂ ਨੂੰ ਸਲਾਮ ਕਰੋ ਇਹਨਾਂ ਕੋਲੋਂ ਦੁਆ ਲਵੋ ਔਰ ਜਿਹੜੀ ਅਗਰ ਇਹ ਗੱਲ ਤੁਹਾਨੂੰ ਕੋਈ ਦੱਸਦੇ ਨੇ ਉਹਦਾ ਪਹਿਰਾ ਦੇਣਾ ਚਾਹੀਦਾ ਮੇਰਾ ਤੇ ਖਿਆਲ ਹੈ ਅਸੀਂ ਲੋਕ ਪਹਿਰਾ ਨਹੀਂ ਦਿੰਦੇ ਅਸੀਂ ਖਲੋਂਦੇ ਨਹੀਂ ਨਾ ਗੱਲ ਖਲੋਂਦੇ ਨਹੀਂ ਹੈ ਹਾਂ अगर खलोईए अदब ना लाइए असां कुछ लै भी जाइए ਲੈ ਵੀ अदब नाल ਅਸੀਂ ਨਹੀਂ ਆਉਂਦੇ ਆ 4 ਦਿਨ ਰਹਿੰਦੇ ਆ 5ਵੇਂ ਦਿਨ ਫਿਰ ਕਹਿੰਦੇ ਆ ਅਸੀਂ ਆਪ ਹੀ ਪੀਰ ਬਣ ਗਏ ਹਾਂ 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 ਐਵੇਂ ਗੱਲ ਇਹ ਮੁਰਸ਼ਦ ਖਾਨੇ ਤੇ ਰਹਿਣ ਨਾ ਪਰ ਮੁਰਸ਼ਦ ਸਾਡਾ ਕਾਮਲ ਹੈ ਮੁਰਸ਼ਦ ਜੋ ਫਰਮਾਉਂਦਾ ਉਹੀ ਹੋ ਸੀ ਕਿਉਂਕਿ ਅੱਲਾ ਨੇ ਜ਼ਾਤ ਨੇ ਸਭ ਕੁਝ ਅੱਲਾ ਦੇ ਵਲੀਆਂ ਨੇ ਹੱਥ 'ਚ ਦਿੱਤੀ ਹੈ ਉਹ ਜਿੱਧਰ ਕਲਮ ਫਿਰਸਨ ਉਧਰ ਹੀ ਫਿਰਸੀ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ। ਹਾਂ ਜੋ ਅੱਲਾ ਦੇ ਵਲੀ ਦੀ ਸ਼ਾਨ ਹੈ ਅੱਲਾ ਨੇ ਜ਼ਾਤ ਨੇ ਅੱਲਾ ਨੇ ਵਲੀਆਂ ਨੂੰ ਸ਼ਾਨ ਦਿੱਤੀ ਹੈ ਉਹ ਕਿਸੇ ਦੀ ਸ਼ਾਨ ਤੇ ਨਹੀਂ ਹੈ ਕਿਸੇ ਦੀ ਸ਼ਾਨ ਹਾਂ ਤੇ ਫਕਰ ਦੀ ਜਿਹੜੀ ਸੁਲਤਾਨ ਸਾਹਿਬ ਦੀ ਔਲਾਦ ਹੈ ਉਨ ਔਲਾਦ ਵਿੱਚ ਆਫਤ ਸਾਈਂ ਤੋਂ ਬਾਅਦ ਨਜੀਬ ਸਾਈਂ ਦੀ ਜ਼ਾਤ ਪਾਕ ਵਾਹ ਔਲਾਦ ਸਾਰੀ ਹੈ ਮਗਰ ਨੂਰ ਸਾਰਾ ਹੈ ਮਗਰ ਜਿਹੜਾ ਮਕਾਮ ਆਫਤ ਸਾਈਂ ਤੇ ਮੌਲਾ ਨਜੀਬ ਸਾਈਂ ਨੇ ਉਹ ਕਿਸੇ ਦਾ ਮਕਾਮ ਨਹੀਂ ਹੈ ਵਾਹ 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 ਮਤਲਬ ਹੈ ਕਿ ਦਰਜਾ ਬਦਰਜਾ ਹੈ ਤੇ ਸਿਸਟਮ ਹੈ ਨਾ ਜਿਵੇਂ ਨਬੀਆਂ ਦੇ ਵਿੱਚੋਂ ਦਰਜਾ ਬਦਰਜਾ ਜਿਵੇਂ ਇਸੇ ਤਰ੍ਹਾਂ ਔਲੀਆ ਦੇ ਵਿੱਚੋਂ ਵਲੀਆਂ ਦੇ ਵਿੱਚੋਂ ਫਕੀਰਾਂ ਦੇ ਵਿੱਚੋਂ ਇਹ ਫਿਰ ਜਿੰਨੀ ਕਿਸੇ ਦੀ ਲਗਨ ਹੈ ਜਿੰਨੀ ਕਿਸੇ ਦੀ ਮਿਹਨਤ ਹੈ ਜਿੰਨੀ ਕਿਸੇ ਤੇ ਸ਼ਫਕਤ ਹੈ ਉਹ ਫਿਰ ਉਨੀ ਹੋਣੀ ਹੈ ਨਾ ਸਰਕਾਰ ਦੀ ਤੇ ਗੱਲ ਤੇ ਸਾਰੀ ਖੇਡ ਤੇ ਸਾਰੀ ਸਰਕਾਰ ਦੀ ਹੈ ਨਾ ਔਰ ਰੱਬ ਫਰਮਾਂਦਾ ਕਿ ਤੁਸੀਂ ਮੇਰੇ ਕੁਰਬ 'ਚ ਆ ਜਾਓ ਅਗਰ ਤੁਸੀਂ ਮੇਰੇ ਕੁਰਬ 'ਚ ਨਹੀਂ ਆ ਸਕਦੇ ਤੇ ਉਹਨਾਂ ਲੋਕਾਂ ਦੇ ਕੁਰਬ 'ਚ ਆ ਜਾਓ ਜਿਹੜੇ ਮੇਰੇ ਕੁਰਬ 'ਚ ਨੇ ਤੇ ਮੇਰੇ ਕੁਰਬ 'ਚ ਆ ਜਾਓਗੇ ਤੇ ਮੈਂ ਇਹ ਸਮਝਦਾ ਕਿ ਤੁਸੀਂ ਸਰਕਾਰ ਦੇ ਕੁਰਬ ਵਿੱਚ ਔਰ ਬੜੀ ਦੇਰ ਤੋਂ ਤੇ ਅੱਲਾਹ ਤੁਹਾਨੂੰ ਇਸ ਕੁਰਬ ਦੇ ਵਿੱਚ ਹੋਰ ਆਪਣੀ ਉਹ ਕੁਰਬਤ ਉਹ ਤੁਹਾਨੂੰ ਦੇਣ ਹੋਰ ਤੁਹਾਡੇ ਤੇ ਮਿਹਰਬਾਨੀਆਂ ਕਰਨ ਤੇ ਸ਼ਫਕਤ ਕਰਨ ਤੇ ਖੁਸ਼ ਰਹੋ ਜਿੰਦੇ ਵਸਦੇ ਰਹੋ ਐਵੇਂ ਡਿਊਟੀਆਂ ਕਰਦੇ ਰਹੋ ਕਾਫੀ ਉਮਰ ਹੋ ਗਈ ਤੁਹਾਡੀ ਲੇਕਿਨ ਅੱਜ ਵੀ ਤੁਸੀਂ ਆਪਣੇ ਉਸ ਡਿਊਟੀ ਤੇ ਖੜੇ ਹੋ ਮੁਰਸ਼ਦ ਕਾਮਲ ਹੈ ਯਕੀਨ ਵੀ ਕਾਮਲ ਹੋਣਾ ਚਾਹੀਦਾ ਨਾ ਜੇ ਯਕੀਨ ਕਾਮਲ ਨਹੀਂ ਹੈ ਤਾਂ ਮੁਰਸ਼ਦ ਕਾਮਲ ਹੀ ਹੈ ਯਕੀਨ ਕਾਮਲ ਹੈ ਯਕੀਨ ਤੇ ਫਿਰ ਦੁਨੀਆ ਨੇ ਹਰ ਕੰਮ ਹੋ ਜਾਂਦਾ ਬੜੀ ਗੱਲ ਹੈ ਬੜੀ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਖੁਸ਼ ਰਹੋ ਜੀ ਅੱਲਾਹ ਤੁਹਾਨੂੰ ਸਿਹਤ ਦੇ ਤੰਦਰੁਸਤੀ ਦੇ ਜ਼ਿੰਦਗੀ ਦੇ